ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਰਸਾ ਚੈਨਲ ਦੇ ਲਾਈਵ ਸੈਸ਼ਨ ਨੂੰ ਦੇਖ ਰਹੇ ਸਮੂਹ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ। ਸਾਧ ਸੰਗਤ ਜੀ, ਇੰਗਲਿਸ਼ ਦਾ ਇੱਕ ਬਹੁਤ ਸੋਹਣੀ ਮੁਹਾਵਰਾ ਹੈ, where there is a will, there is a way। ਸੋ ਇਸ ਮੁਹਾਵਰੇ ਨੂੰ ਪੂਰਾ ਕੀਤਾ ਹੈ ਤੇ ਪ੍ਰੈਕਟੀਕਲ ਲਾਈਫ ਦੇ ਵਿੱਚ ਇਸ ਨੂੰ ਪ੍ਰੂਫ ਕਰਕੇ ਦੱਸਿਆ ਹੈ ਸਾਡੀ ਇੱਕ ਭੈਣ ਰਮਿੰਦਰਪਾਲ ਕੌਰ ਜੀ, ਜੋ ਕਿ ਆਪ ਬਾਰਾਮੂਲਾ ਦੇ ਨਿਵਾਸੀ ਨੇ। ਤੇ ਇਹਨਾਂ ਦੀ ਜਿਹੜੀ ਕਹਾਣੀ ਹੈ, ਇੱਕ ਬਹੁਤ ਹੀ ਪ੍ਰੇਰਨਾ ਦੇਣ ਵਾਲੀ ਕਹਾਣੀ ਹੈ ਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਸਾਰਿਆਂ ਨੂੰ ਇੱਕ ਇੰਸਪਾਇਰੇਸ਼ਨ ਦੇਣ ਵਾਲੀ ਕਹਾਣੀ ਹੈ। ਉਹ ਕੀ ਹੈ, ਉਹ ਅੱਗੇ ਜਾ ਕੇ ਇਹਨਾਂ ਨਾਲ ਹੀ ਡਿਸਕਸ ਕਰਾਂਗੇ। ਅੱਜ ਸਾਡੇ ਨਾਲ ਉਹ ਮੌਜੂਦ ਨੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅੱਜ ਇਹ ਮੌਜੂਦ ਨੇ। ਇਹਨਾਂ ਨੇ ਪਿਛਲੇ ਦਿਨੀ ਜੋ J&K ਬੈਂਕ ਵੱਲੋਂ ਬੈਂਕਿੰਗ ਐਸੋਸੀਏਟ ਦਾ ਐਗਜ਼ਾਮ ਹੋਇਆ ਸੀ, ਉਹ ਇਹਨਾਂ ਨੇ ਕਲੀਅਰ ਕੀਤਾ ਸੀ। ਬਾਵਜੂਦ ਅਨਫੋਰਚੂਨੇਟਲੀ ਗੁਰੂ ਸਾਹਿਬ ਦਾ ਭਾਣਾ ਇੱਕ ਹੈ ਕਿ ਇਹਨਾਂ ਨੂੰ ਸਪਾਈਨਲ ਕਾਰਡ ਇੱਕ ਇੰਜਰੀ ਵੀ ਹੈ, ਨਾਲ ਹੀ ਇੱਕ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਇੱਕ ਛੋਟੀ ਬੱਚੀ ਵੀ ਹੈ 2 ਸਾਲ ਦੀ। ਸੋ ਉਹਦੇ ਬਾਵਜੂਦ ਵੀ, ਘਰ ਦੇ ਹਾਲਾਤ ਦੇ ਐਸੇ ਹੋਣ ਬਾਵਜੂਦ ਵੀ, ਤੇ ਸਾਰੇ ਕੰਮ ਨੂੰ ਨਾਲ ਲੈ ਕੇ ਵੀ ਇਹਨਾਂ ਨੇ ਆਪਣੀ ਪੜ੍ਹਾਈ ਵੱਲ ਵੀ ਫੋਕਸ ਕੀਤਾ ਤੇ ਇਹਨਾਂ ਨੇ ਇਹ ਐਗਜ਼ਾਮ ਕਲੀਅਰ ਕੀਤਾ। ਸੋ ਭੈਣ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨੇ। ਤੁਹਾਡੇ ਘਰ ਪਰਿਵਾਰ ਨੂੰ ਵੀ ਸਾਰਿਆਂ ਨੂੰ ਵਧਾਈਆਂ ਨੇ ਮੇਰੀ ਤਰਫ ਤੋਂ, ਤੇ ਨਾਲ ਪੂਰੀ ਵਿਰਸਾ ਚੈਨਲ ਦੀ ਟੀਮ ਵੱਲੋਂ। ਸੋ ਪਹਿਲੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਜੀਵਨ ਦਾ ਸਫ਼ਰ ਰਿਹਾ, ਕਿਸ ਤਰ੍ਹਾਂ ਤੁਸੀਂ ਇਸ ਜੀਵਨ ਦੇ ਸਫ਼ਰ ਦੇ ਵਿੱਚ ਤੁਹਾਡਾ ਕੈਸਾ ਰਿਹਾ ਹੈ, ਬਚਪਨ ਤੋਂ ਲੈ ਕੇ ਅੱਜ ਤੱਕ ਤੁਸੀਂ ਕੀ ਉਪਲਬਧੀਆਂ ਕੀਤੀਆਂ ਨੇ ਤੇ ਕੀ ਆਪਣੇ ਜੀਵਨ ਦੇ ਵਿੱਚ ਕੀਤਾ, ਉਹ ਦੱਸਿਓ ਜੀ। जैसे कि मैं ਤੁਹਾਨੂੰ ਦੱਸਾਂ ਕਿ ਆਈ ਐਮ ਫਰਮ ਬਾਰਾਮੂਲਾ ਜੀ। ਬਾਰਾਮੂਲਾ ਦੇ ਇੱਕ ਪਿੰਡ ਜਿਹਦਾ ਨਾਮ ਗੋਇਨਾ ਹੈ, ਗੋਨ। ਮੈਂ ਉੱਥੇ ਦੀ ਰਹਿਣ ਵਾਲੀ ਹਾਂ। ਮੇਰੀ ਸਕੂਲਿੰਗ ਸੇਂਟ ਜੋਸਫ ਸਕੂਲ ਵਿੱਚ ਹੋਈ ਹੈ ਤੇ ਮੈਂ ਅਪ ਟੂ 10th SGS ਵਿੱਚ ਪੜ੍ਹੀ ਹਾਂ ਤੇ ਆਫਟਰ 10th 11th 12th ਮੈਂ ਹਾਈ ਸੈਕੰਡਰੀ ਤੋਂ ਕੀਤਾ। ਆਫਟਰ 12th I qualified my for entrance for BCA ਤੇ ਮੈਂ BCA ਗਵਰਨਮੈਂਟ ਡਿਗਰੀ ਕਾਲਜ ਬਾਰਾਮੂਲਾ ਤੋਂ ਕੀਤਾ। ਉਹਦੇ ਬਾਅਦ ਫਿਰ ਮੈਂ ਇੱਕ ਐਂਟਰੈਂਸ ਕੁਆਲੀਫਾਈ ਕੀਤਾ, ਜਿਹਦੇ ਵਾਸਤੇ ਮੈਨੂੰ MCA ਵਿੱਚ ਕਸ਼ਮੀਰ ਯੂਨੀਵਰਸਿਟੀ ਵਿੱਚ ਸੀਟ ਨਿਕਲੀ ਤੇ ਮੈਂ MCA ਕਸ਼ਮੀਰ ਯੂਨੀਵਰਸਿਟੀ SSM ਕਾਲਜ ਤੋਂ ਕੀਤਾ ਹੈ ਜੀ। ਐਂਡ ਫਿਰ ਉਹਦੇ ਬਾਅਦ ਮੇਰੀ ਇੱਕ ਹੋਰ ਡਿਗਰੀ ਹੈ ਜੋ B.Ed ਦੀ ਹੈ, ਉਹ ਮੈਂ ਹਾਂਜੀ, ਉਹ ਵੀ ਮੈਂ ਕਸ਼ਮੀਰ ਯੂਨੀਵਰਸਿਟੀ ਤੋਂ ਕੀਤੀ ਹੈ। ਹਾਂਜੀ, ਇਹ ਹੈ ਸਫ਼ਰ ਫਿਲਹਾਲ ਮੇਰਾ ਪੜ੍ਹਾਈ ਦਾ। ਪੜ੍ਹਾਈ ਕੰਪਲੀਟ ਜੀ ਹਾਂ ਜੀ ਪੜ੍ਹਾਈ ਕੰਪਲੀਟ ਹੋਣ ਤੋਂ ਪੜ੍ਹਾਈ ਕੰਪਲੀਟ ਹੋਣ ਤੋਂ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ? ਪੜ੍ਹਾਈ ਕੰਪਲੀਟ ਹੋਣ ਤੋਂ ਬਾਅਦ 1-2 ਸਾਲ ਮੈਂ ਪ੍ਰਾਈਵੇਟ ਸਕੂਲ 'ਚ ਜੌਬ ਕੀਤੀ ਜੀ। ਤੇ ਉਹਦੇ ਬਾਅਦ ਨਾਲ ਫਿਰ ਮੈਰਿਜ ਹੋ ਗਈ ਜੀ। ਮੈਰਿਜ ਤੋਂ ਬਾਅਦ ਜੀ ਹਾਂ, ਮੈਰਿਜ ਹੋਣ ਤੋਂ ਬਾਅਦ ਮੇਰਾ ਫਿਰ ਆਫਟਰ 2 years ਮੇਰੀ ਬੇਬੀ ਹੋਈ, ਬੇਬੀ ਗਰਲ ਜੀ। ਤੇ ਹੁਣ 1.5 year ਮੇਰੀ ਇੰਜਰੀ ਨੂੰ ਹੀ ਹੋ ਗਿਆ, being paralytic. I'm paralytic from 1.5 year ਜੀ। that's it। ਸੋ ਕਿਸ ਤਰ੍ਹਾਂ ਇਹ ਤੁਹਾਡੇ ਨਾਲ ਇਹ ਜਿਹੜਾ ਜੋ ਥੋੜਾ ਗੁਰੂ ਸਾਹਿਬ ਦਾ ਭਾਣਾ ਹੈ, ਅਸੀਂ ਕਹਿ ਸਕਦੇ ਹਾਂ, ਕਿਸ ਤਰ੍ਹਾਂ ਤੁਹਾਡੇ ਨਾਲ ਇਹ ਹੋਇਆ ਸੀ, ਥੋੜਾ ਜਿਹਾ ਇਸ ਬਾਰੇ ਵੀ ਦੱਸਿਓ ਜੀ। ਜੀ ਬਿਲਕੁਲ। ਐਕਚੁਅਲੀ ਅਚਾਨਕ ਹੀ ਮੇਰਾ ਬੈਕ ਏਕ ਹੋਇਆ। ਬੈਕ ਏਕ ਹੋਣ ਤੋਂ ਬਾਅਦ ਅਚਾਨਕ ਸੇ ਮਤਲਬ 3-4 days 3-4 ਦਿਨ 'ਚ ਕੀ ਹੋਇਆ ਕਿ ਮੇਰਾ ਬੈਕ ਏਕ ਇੰਨਾ ਜ਼ਿਆਦਾ ਵਧਿਆ ਕਿ ਮੈਂ 2-3 ਡਾਕਟਰਸ ਨੂੰ ਵੀ ਕੰਸਲਟ ਕੀਤਾ ਜੀ। as per doctors they told me like it's a normal, you'll be fine after 3-4 days or like that। आप ठीक हो जाओगे, थोड़ी सी ट्रीटमेंट करा लो, थोड़ा सा फिजियो करा लो तो ये ठीक हो जाएगा। बिल्कुल जी। कुछ इंजेक्शंस, कुछ मेडिसिन एंड ऑल, तो आप ठीक हो जाएंगे। लेकिन दिस इज अ गैप ऑफ 3-4 days। इन 3-4 दिनों च की होया कि मैं बड़ा कोशिश की कि मैं शायद रिकवर हो जाऊं, लेकिन होया नहीं जी। अचानक ही एक दिन मैं राती सुती ते कह सकते हैं रब दी मर्जी, सवेरे मैं उठ नहीं पाई जी। जैसे ही मैं सोचा कि मैं बेड ऊपर उठा तो मैं उठ नहीं पाई।
ਤੇ ਫਿਰ ਐਜ਼ ਪਰ ਡਾਕਟਰ ਕੋਲ ਲੈ ਗਏ ਨੇ, ਡਾਕਟਰ ਨੇ ਡਾਇਗਨੋਸ ਕੀਤਾ ਕਿ ਤੁਸੀਂ MRI ਕਰਾਓ, ਇਹਦੇ ਵਿੱਚ ਕੋਈ ਸੀਰੀਅਸ ਪ੍ਰੋਬਲਮ ਹੈ। ਤੇ ਅਸੀਂ MRI ਕਰਾਇਆ, ਤੇ MRI ਕਰਾਉਣ ਤੋਂ ਬਾਅਦ ਫਿਰ ਪਤਾ ਚੱਲਿਆ ਕਿ ਮੇਰੀ ਸਪਾਈਨਲ ਕਾਰਡ 'ਚ ਕੋਈ ਕੁਝ प्रॉब्लम है, जी कुछ इन्फेक्शन हो गई थी है। जी तो वो इन्फेक्शन कुछ ऐसी थी। फिर हमने डॉक्टर्स को कंसल्ट किया, डॉक्टर्स के कंसल्टेशन के बाद ये पता चला कि एज सून एज पॉसिबल हमें सर्जरी करनी है। तो सर्जरी विद इन 2 days दिस ऑल हैपेंड, एंड सर्जरी भी हो गई। सर्जरी मेरी डॉक्टर सरबजीत सिंह जो साढ़े बारामूले दे ही ने न्यूरो सर्जन है, वन ऑफ द बेस्ट न्यूरो जी सर्जन। जी हाँ, जी जी हाँ, उन्होंने मेरी सर्जरी की थी। बट इट वाज लाइक हमें ऐसा लग रहा था कि चलो जी आज सर्जरी हो जाएगी तो आफ्टर द डे ऑफ सर्जरी आई विल बी फाइन। कुछ ऐसा था कि जैसे ही सर्जरी होगी तो शायद मैं ठीक हो जाऊंगी। बट द सिनेरियो वाज नॉट दैट। व्हाट हैपेंड एक्चुअली, जैसे ही सर्जरी हुई उसके सेकंड डे थर्ड डे आई वाज पैरालाइज्ड। तो बेस्ट सजेशन फ्रॉम द डॉक्टर्स वाज कि इफ यू वांट कि अगर तुसी चाहते हो कि इन्हों रिकवरी हो, ये ठीक हो जाए, तो आप इनको बेस्ट रिहैब सेंटर या रिहैब फिजियो के पास ले जाएं। सर्जरी एज पर सर्जरी दैट इज 100% गुड एंड फाइन, बिकॉज मेरी रिकवरी आहिस्ता आहिस्ता हो रही है। उन सारा रब तक है बस। ਚਲੋ ਗੁਰੂ ਸਾਹਿਬ ਮਿਹਰ ਕਰਨ ਕਿ ਤੁਸੀਂ ਜਲਦ ਤੋਂ ਜਲਦ ਸਿਹਤ ਅਫਜ਼ੇ ਹੋ ਜਾਓ। ਪਰ ਤਾਂ ਵੀ ਤੁਸੀਂ ਜੋ थैंक यू जी। ਇਸ ਤੋਂ ਬਾਵਜੂਦ ਵੀ ਤੁਸੀਂ ਜੋ ਇਹ ਐਗਜ਼ਾਮ ਕਲੀਅਰ ਕੀਤਾ, ਨਾਲ ਜੋ ਘਰ ਨੂੰ ਵੀ ਸੰਭਾਲ ਰਹੇ ਹੋ, ਇਹ ਤੁਹਾਨੂੰ ਇਹ ਕਿੰਨੇ ਕੁ ਸਾਲ ਹੋਏ ਨੇ? ਇਸ ਇੰਜਰੀ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ? जी मेरी इस इंजरी ਨੂੰ ਕੰਪਲੀਟ 1.5 ਸਾਲ ਹੋ ਗਿਆ। ਠੀਕ ਹੈ ਜੀ। ਤਾਂ ਵੀ ਤੁਸੀਂ ਦੇਖੋ ਕਿ ਸੰਗਤ ਜੀ, ਆਪ ਜੀ ਦੇਖ ਰਹੇ ਹੋ ਕਿ ਜਿੱਥੇ ਅੱਜ ਦੇ ਅਜੋਕੇ ਜਿਹੜੇ ਐਸਾ ਸਮਾਂ ਬਣਿਆ ਹੋਇਆ ਹੈ ਕਿ ਅਸੀਂ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਹਾਰ ਮੰਨ ਜਾਂਦੇ ਹਾਂ। ਪਰ ਭੈਣ ਰਮਿੰਦਰਪਾਲ ਕੌਰ ਜੀ, ਜਿਨ੍ਹਾਂ ਤੋਂ ਆਪ ਜੀ ਸੁਣਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਇਹ ਦੁਖਾਂਤ ਵਾਪਰ ਗਿਆ, ਪਰ ਫਿਰ ਵੀ ਉਹਨਾਂ ਨੇ ਇਸ ਨੂੰ ਦਰਦ ਨਹੀਂ ਸਮਝਿਆ, ਇਸ ਸਰੀਰਕ ਦਰਦ ਨੂੰ ਦਰਦ ਨਹੀਂ ਸਮਝਿਆ ਜੋ, ਤੇ ਇਸ ਤੋਂ ਲੜ ਕੇ ਇਹਨਾਂ ਨੇ ਇਹ ਐਗਜ਼ਾਮ ਕਲੀਅਰ ਕੀਤਾ। ਸੋ ਉਸ ਤੋਂ ਬਾਅਦ ਤੁਸੀਂ ਇਸ ਐਗਜ਼ਾਮ ਦੀ ਤਿਆਰੀ ਕਿਸ ਤਰ੍ਹਾਂ ਕੀਤੀ? ਕਿਉਂਕਿ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਐਸੇ ਹਾਲਾਤਾਂ ਦੇ ਵਿੱਚ ਘਰ ਦੇ ਵਿੱਚ ਵੀ ਬੱਚੀ ਹੈ ਤੁਹਾਡੀ ਤੇ ਤੁਹਾਡੀ हाँ ਇੰਜਰੀ जी, ਵੀ ਹੋ ਗਈ, ਤੇ हाँ ਕਿਸ ਤਰ੍ਹਾਂ जी ਤੁਸੀਂ ਇਹਦੀ बिल्कुल, ਤਿਆਰੀ ਕੀਤੀ? हाँ जी बिल्कुल। एक्चुअली ये जेके बैंक का एग्ज़ाम जो 2018 में हुआ था, जो जिसका रिजल्ट नहीं आया था, जो कैंसिल हो गया था, हम्म वो एग्ज़ाम भी मैंने दिया था, लेकिन एज पर गवर्नमेंट एंड ऑल वो कैंसिल हो गया। जी तो फिर से दोबारा से नोटिफिकेशन आई कि अब वो वापस से एग्ज़ाम होगा। तो द फर्स्ट आई कैन से जो फर्स्ट इंस्पिरेशन मेरी है, दैट इज ही इज माई हस्बैंड। उन्होंने मेरे को बहुत ज्यादा मोटिवेट किया। उन्होंने मेरे को जी बहुत ज्यादा मोटिवेट किया कि नहीं, यू कैन डू समथिंग, आप कर सकते हो। बिल्कुल। तो हम्म उनकी हेल्प से, उनकी इंस्पिरेशन से, ही इज माई रोल मॉडल, जी मैं यहाँ तक पहुंच पाई हूँ। ਬਿਲਕੁਲ ਜੀ। ਜੀਵਨ ਸਾਥੀ ਦਾ ਜੋ ਸਾਥ ਹੁੰਦਾ ਹੈ, ਉਹਨਾਂ ਦੇ ਕਰਕੇ ਹੀ ਜਿਹੜਾ ਦੇਖੋ ਤੁਸੀਂ ਵਿਰਾਗ ਦੇ ਵਿੱਚ ਵੀ ਚਲੇ ਗਏ ਹੋ, ਇਮੋਸ਼ਨਲ ਵੀ ਹੋ ਜਾਂਦਾ ਹੈ। ਬਿਲਕੁਲ ਇਹ ਜਿਹੜੀ ਤੁਹਾਡੀ ਵਿਰਾਗ ਵੀ ਇਹ ਦੱਸਦਾ ਹੈ ਕਿ ਵੀ ਜੀਵਨ ਸਾਥੀ ਦਾ ਸਾਥ ਜਿਹੜਾ ਨਾ ਕਿਤਨਾ ਕੁ ਡੂੰਘਾ ਹੁੰਦਾ ਹੈ। ਸੋ ਹੋਰ Sure. ਤੁਹਾਡੀ ਇਹਦੇ ਵਿੱਚ ਤਿਆਰੀ ਦੇ ਵਿੱਚ ਕੀ ਸੋਰਸ ਤੁਸੀਂ ਲਿਆ, ਕਿਸ ਤਰ੍ਹਾਂ ਤੁਸੀਂ ਇਹਦੀ ਤਿਆਰੀ ਕੀਤੀ, ਕੁਝ ਸੋਰਸ ਵਗੈਰਾ ਤੁਸੀਂ ਕਿਸ ਤਰ੍ਹਾਂ ਯੂਜ਼ ਕੀਤਾ? हाँ जी बिल्कुल। मैं ऑनलाइन वीडियोस वगैरह यूट्यूब ते देखती सा, और ਜੀ कोई क्लासेस वगैरह, कोई मॉक टेस्ट करती सा। प्लस बुक्स मैं पढ़ी ने, बुक्स में सारी जो एग्जाम दे जो भी सिलेबस सी ਉਹ मैं बुक्स के थ्रू कवर किया। प्लस इंटरनेट हेल्प मी अ लॉट। मैं यूट्यूब के थ्रू भी पढ़िया, मैं कुछ मॉक टेस्ट भी किए ने जिन्होंने मैनू हेल्प ਜੀ की जी। ਸੋ ਇਸ ਵਿੱਚ ਤੁਸੀਂ ਦੇਖ ਰਹੇ ਹੋ ਸਾਧ ਸੰਗਤ ਜੀ ਕਿ ਇਹਨਾਂ ਦੇ ਘਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲਾਂ ਤੋਂ ਇੱਕ ਬੱਚੀ ਵੀ ਹੈ। ਸ਼ਾਇਦ ਤੁਹਾਨੂੰ ਉਹਨਾਂ ਦੀ ਆਵਾਜ਼ ਹੀ ਪਿੱਛੇ ਆ ਰਹੀ ਹੋਵੇਗੀ, ਪਰ ਤੁਸੀਂ ਦੇਖ ਰਹੇ ਹੋ ਕਿ ਤਾਂ ਵੀ ਘਰ ਦੇ ਸਾਰੇ ਹਾਲਾਤ ਨੂੰ ਇਕੱਠੇ ਕਰਕੇ, ਤੇ ਇਸ ਵਿੱਚ ਵੀ ਹੁੰਦਾ ਨਾ ਬਈ ਘਰ ਦਾ ਕੰਮ ਵੀ ਆ ਜਾਂਦਾ ਹੈ ਵਿੱਚ, ਉਸ ਵਿੱਚ ਵੀ ਤੁਸੀਂ ਸਮਾਂ ਕੱਢਿਆ। ਉਹ ਤੁਸੀਂ ਸਮਾਂ ਕਿਸ ਤਰ੍ਹਾਂ ਡੈਡੀਕੇਟ ਕੀਤਾ ਇਸ ਚੀਜ਼ ਨੂੰ? हाँ जी बिल्कुल बिल्कुल। मैं ये श्योरली बताना चाहूंगी। मेरी मॉर्निंग जो स्टार्ट होती है, दैट स्टार्टेड विद फिजियो। मेरे डॉक्टर ਜੀ सवेरे कदे 8 बजे, कदे 8:30, कदे 7,
ਇਹ ਟਾਈਮਿੰਗ ਹੈ ਡਾਕਟਰ ਜੀ। ਸਾਹਿਬ ਦੀ। ਡਾਕਟਰ ਸਾਹਿਬ ਆਉਂਦੇ ਨੇ, ਡਾਕਟਰ ਸਾਹਿਬ ਦਾ ਸੈਸ਼ਨ ਜਿਹੜਾ ਹੈ ਉਹ ਮਾਰਨਿੰਗ 2 ਘੰਟੇ ਚੱਲਦਾ ਹੈ। 2 ਘੰਟੇ ਮੈਂ ਕੰਪਲੀਟ ਐਕਸਰਸਾਈਜ਼ ਕਰਦੀ ਸਾਂ ਡਾਕਟਰ ਸਾਹਿਬ ਨਾਲ। ਉਹਦੇ ਬਾਅਦ ਤੁਸੀਂ ਮੰਨ ਲਓ ਥੋੜਾ ਬਹੁਤ ਬ੍ਰੇਕਫਾਸਟ ਵਗੈਰਾ, ਫਿਰ ਜੋ ਪੈਂਡਿੰਗ ਐਕਸਰਸਾਈਜ਼ਸ ਨੇ ਜੋ ਅਸੀਂ ਆਪ ਕਰਦੇ ਸਾਂ, ਲਾਈਕ ਜੋ ਮੈਨੂੰ ਫਿਰ ਡਾਕਟਰ ਦੇ ਬਗੈਰ ਵੀ ਕਰਨੀ ਹੁੰਦੀ ਨੇ, ਉਹ ਮੈਂ ਕਰਦੀ ਸਾਂ। ਉਹਦੇ ਬਾਅਦ ਤੁਸੀਂ ਫਿਰ ਤੁਸੀਂ ਮੰਨੋ ਕਿ ਮੈਨੂੰ ਆਪਣੀ ਬੇਟੀ ਨੂੰ ਵੀ ਖਿਲਾਣਾ ਪਿਲਾਣਾ, ਕਿਉਂਕਿ ਉਹ ਸ਼ੀ ਇਜ਼ ਵੈਰੀ ਬੈਡ ਐਟ ਈਟਿੰਗ, ਉਹ ਕਿਸੇ ਦੇ ਹੱਥੋਂ ਖਾਂਦੀ ਨਹੀਂ ਹੈ, ਮੈਨੂੰ ਵੀ ਖਵਾਉਣਾ ਪੈਂਦਾ ਹੈ। ਤੇ ਉਹ ਸਾਰਾ ਕੁਝ ਵੀ ਦੇਖ ਕੇ ਫਿਰ ਉਹਦੇ ਬਾਅਦ ਥੋੜਾ ਜਿਹਾ ਘਰ ਦੇ ਕੰਮ ਨੂੰ ਵੀ ਦੇਖਣਾ ਕਿ ਕੀ ਹੋ ਰਿਹਾ, ਕਿਸ ਤਰ੍ਹਾਂ ਚੱਲ ਰਿਹਾ। ਫਿਰ ਜਦੋਂ ਆਫਟਰ ਲੰਚ ਮੈਨੂੰ ਕੋਈ 2 ਘੰਟੇ 2.5 घंटे मिलते सन, ਜਦੋਂ मेरी बेटी जो है वो सोई होती थी, एट दैट टाइम आई यूज टू स्टडी, क्योंकि उस टाइम वो मेरे को डिस्टर्ब नहीं करती है, लैपटॉप नहीं लेती थी, फोन नहीं लेती थी, डिस्टर्ब नहीं, पेन वगैरह बुक्स नहीं लेती थी। तो एट दैट टाइम आई यूज टू स्टडी। वो कोई 2-2.5 घंटे का टाइम आप मान लीजिए, जब वो दिन में सोती थी तो मैं एट दैट टाइम में पढ़ती थी। प्लस फिर प्लस कभी इवनिंग में ऐसा होता था, इवनिंग में उसके पापा जब ऑफिस से आते थे वो उसको थोड़ा 1 घंटा 1 घंटा यहाँ वहाँ घुमा लेते थे, तो उस टाइम भी मैं पढ़ लेती थी, क्योंकि शाम को फिर मेरे डॉक्टर ने आना होता है फॉर 2 आवर्स। तो इट्स ऑल वेरी हेक्टिक बट आई डिड इट। ठीक। सो ਸਮਾਂ ਕੱਢਣਾ ਵੀ ਇੱਕ ਡੈਡੀਕੇਸ਼ਨ ਵਾਲੀ ਗੱਲ ਹੁੰਦੀ ਹੈ, ਕਿਉਂਕਿ ਜਿਸ ਬੰਦੇ ਨੇ ਇਸ ਚੀਜ਼ ਨੂੰ ਅਡਾਪਟ ਕਰਨਾ ਹੁੰਦਾ ਹੈ ਫਿਰ ਉਹ ਆਪਣਾ ਸਮਾਂ ਕੱਢ ਵੀ ਲੈਂਦਾ ਹੈ, ਭਾਵੇਂ ਕਿਤਨਾ ਵੀ ਟਾਈਮ ਸ਼ਡਿਊਲ ਸਾਡਾ ਬਿਜ਼ੀ ਕਿਉਂ ਨਾ ਹੋਵੇ। ਅੱਜ ਕੱਲ੍ਹ ਐਸਾ ਸਮਾਂ ਵੀ ਹੈ ਕਿ ਬੰਦੇ ਸਾਰੇ ਫ੍ਰੀ ਹੁੰਦੇ ਨੇ ਘਰ ਦੇ ਵਿੱਚ, ਤੇ ਇੱਥੋਂ ਕਹਿੰਦੇ ਨੇ ਬਈ ਅਸੀਂ ਇਹ ਚੀਜ਼ ਕਲੀਅਰ ਕਰਨੀ ਹੈ, ਇਹ ਚੀਜ਼ ਕਰਨੀ ਹੈ, ਇਹ ਚੀਜ਼ ਕਰਨੀ ਹੈ। ਪਰ ਜਦੋਂ ਕਲੀਅਰ ਕਰਨ ਦੀ ਗੱਲ ਆਉਂਦੀ ਹੈ ਫ੍ਰੀ ਟਾਈਮ ਦੇ ਵਿੱਚ ਅਸੀਂ ਫੋਨ ਫੜ ਲੈਂਦੇ ਹਾਂ, ਫਿਰ ਉਸ ਤੇ ਸੋਸ਼ਲ ਮੀਡੀਆ ਤੇ ਚਲੇ ਜਾਂਦੇ ਹਾਂ, ਆਪਣਾ ਸਮਝ ਲਓ ਸਮਾਂ ਹੀ ਗਵਾਚ ਲੈਂਦੇ ਹਾਂ। ਪਰ ਤੁਸੀਂ ਇਤਨਾ ਬਿਜ਼ੀ ਸ਼ਡਿਊਲ ਹੋ ਕੇ ਜੋ ਤੁਹਾਡਾ ਦੇਖਿਆ, ਇੱਕ ਤਾਂ ਤੁਹਾਨੂੰ ਇੰਜਰੀ ਵੀ ਹੈਗੀ ਹੈ ਤੇ ਨਾਲ ਡਾਕਟਰ ਦੀ ਕੰਸਲਟੇਸ਼ਨ ਵੀ ਹੈਗੀ ਹੈ, ਇਤਨਾ ਕੁਝ ਹੈ ਤੁਹਾਡੇ ਕੋਲ, ਤਾਂ ਵੀ ਤੁਸੀਂ ਇਹ ਸਮਾਂ ਕੱਢ ਕੇ ਸੋ ਇਸ ਚੀਜ਼ ਨੂੰ ਡੈਡੀਕੇਸ਼ਨ ਦੇ ਨਾਲ ਲਿਆ ਤੇ ਅੱਜ ਉਹਦਾ ਜਿਹੜਾ ਰਿਜ਼ਲਟ ਹੈ ਉਹ ਵੀ ਨਿਕਲ ਆਇਆ ਹੈ। ਸੋ ਜੀ ਬਿਲਕੁਲ। ਹੁਣ ਤੁਸੀਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਨੌਜਵਾਨ ਪੀੜ੍ਹੀ ਨੂੰ ਮੇਰਾ ਇੱਕੋ ਹੀ ਸੰਦੇਸ਼ ਹੈ ਕਿ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਵਾਸਤੇ ਨੌਕਰੀਆਂ ਨਹੀਂ ਨੇ, ਬਟ ਇਟਸ ਆਲ ਰੋਂਗ। ਅਗਰ ਅਸੀਂ ਮਿਹਨਤ ਕਰੀਏ, ਅਗਰ ਅਸੀਂ ਪੜ੍ਹੀਏ, ਤੇ ਸ਼ਾਇਦ ਕਿ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈ। ਅਗਰ ਮੈਂ ਤੁਹਾਨੂੰ ਦੱਸਾਂ ਕਿ ਅਗਰ ਮੈਂ ਦਿਨ 'ਚ 3 ਘੰਟੇ ਪੜ੍ਹੇ ਤੇ ਮੈਂ ਇੱਕ ਐਗਜ਼ਾਮ ਕੁਆਲੀਫਾਈ ਕੀਤਾ, ਤੇ ਤੁਸੀਂ ਸੋਚੋ ਕਿ ਜਿਹੜੇ ਦਿਨ 'ਚ ਅਗਰ 10 ਘੰਟੇ ਪੜ੍ਹਨਗੇ ਉਹਦੇ ਵਾਸਤੇ ਤੇ ਨੌਕਰੀਆਂ ਦੀ ਲਾਈਨ ਲੱਗ ਜਾਏਗੀ। ਬਿਲਕੁਲ ਜੀ। ਕਹਿਣ ਦਾ ਮਤਲਬ ਇਹ ਹੈ ਕਿ ਡੈਡੀਕੇਸ਼ਨ ਆਪ ਦੱਸਣੀ ਹੈ, ਪੜ੍ਹਨਾ ਆਪ ਹੈ, ਨੌਕਰੀ ਆਪ ਤੁਹਾਡੇ ਕੋਲ ਆਏਗੀ। ਇਟਸ ਨਾਟ ਕਿ ਅੱਜ ਗਵਰਨਮੈਂਟ ਨੌਕਰੀ ਨਹੀਂ ਦੇ ਰਹੀ ਹੈ, ਮੇਰੇ ਕੋਲ ਨੌਕਰੀ ਨਹੀਂ ਹੈ। ਨੋ ਡਾਊਟ ਪਿਛਲੇ 8 ਸਾਲਾਂ ਤੋਂ ਮੈਂ ਵੀ ਪੜ੍ਹ ਰਹੀ ਹਾਂ, ਮੈਂ ਵੀ ਨੌਕਰੀ ਵਾਸਤੇ ਲੜ ਰਹੀ ਹਾਂ। ਸ਼ਾਇਦ ਇੰਨੀ ਡੈਡੀਕੇਸ਼ਨ ਨਾਲ ਕਦੇ ਨਹੀਂ ਪੜ੍ਹਿਆ ਜਿੰਨੇ ਇਸ ਵਾਰੀ ਪੜ੍ਹਿਆ, ਤਾਂ ਕਰਕੇ ਐਗਜ਼ਾਮ ਕੁਆਲੀਫਾਈ ਹੋਇਆ ਸ਼ਾਇਦ। ਬਿਲਕੁਲ ਜੀ, ਬਿਲਕੁਲ ਤੁਹਾਡੀ ਡੈਡੀਕੇਸ਼ਨ ਦਾ ਰਿਜ਼ਲਟ ਹੀ ਹੈ। ਜੇ ਡੈਡੀਕੇਸ਼ਨ ਨਾਲ ਕਰਾਂਗੇ ਹਰ ਚੀਜ਼ ਨੂੰ, ਫਿਰ ਭਾਵੇਂ ਜਿੰਨੀਆਂ ਕੁ ਵੀ ਔਕੜਾਂ ਸਾਹਮਣੇ ਆ ਜਾਣ ਉਹ ਫਿਰ ਫਿੱਕੀਆਂ ਹੋ ਜਾਂਦੀਆਂ ਨੇ, ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਤੇ ਨਾਲ ਤੁਸੀਂ ਇੱਕ ਪ੍ਰੇਰਨਾ ਉਹਨਾਂ ਘਰ ਗ੍ਰਸਤੀ ਬੀਬੀਆਂ ਵਾਸਤੇ ਵੀ ਬਣੇ ਹੋ ਜੋ ਘਰ ਦੇ ਕੰਮ ਦੇ ਕਾਰਨ ਆਪਣੇ ਸੁਪਨਿਆਂ ਨੂੰ ਜਿਹੜਾ ਹੈ ਉਹ ਦਬਾ ਦਿੰਦੀਆਂ ਨੇ। ਇਹਦੇ ਵਿੱਚ ਸਭ ਤੋਂ ਵੱਡਾ ਰੋਲ ਤੁਹਾਡਾ ਜਿਹੜਾ ਤੁਹਾਡੇ ਜੀਵਨ ਸਾਥੀ ਦਾ ਨੇ, ਚੰਦੀਪ ਸਿੰਘ ਜੀ। ਨਾਲ ਹੀ ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੀ ਭੈਣ ਜੀ ਵੀ ਘਰ ਦੇ ਵਿੱਚ ਨੇ, ਕਿ ਉਹਨਾਂ ਦੀ ਤਰਫ ਤੋਂ ਵੀ ਤੁਹਾਡਾ ਜਿਹੜਾ ਇੱਕ ਖਾਸ ਰੋਲ ਹੈ ਉਹ ਬਹੁਤ ਹੀ ਅਦਾ ਕੀਤਾ ਗਿਆ ਹੈ ਉਹਨਾਂ ਦੀ ਤਰਫ ਤੋਂ ਵੀ। ਸੋ ਸਾਰੇ ਪਰਿਵਾਰਕ ਮੈਂਬਰਾਂ ਦਾ ਇੱਕ ਰੋਲ ਤੁਹਾਡੀ ਸਕਸੈਸ ਦੇ ਲਈ ਹੋਇਆ ਹੈ, ਤੇ ਅੱਜ ਇਹ ਸਕਸੈਸ ਜਿਹੜੀ ਹੈ ਤੁਹਾਡੀ ਝੋਲੀ ਪਈ ਹੈ। ਗੁਰੂ ਮਹਾਰਾਜ ਕੋਲੋਂ ਅਰਦਾਸ ਕਰਾਂਗੇ ਕਿ ਤੁਹਾਨੂੰ ਹੋਰ ਜਿਹੜੀ ਉਪਲਬਧੀਆਂ ਬਖਸ਼ਣ, ਤੁਹਾਨੂੰ ਕਾਮਯਾਬੀਆਂ ਬਖਸ਼ਣ, ਨਾਲ ਹੀ ਤੁਹਾਨੂੰ ਜਲਦ ਤੋਂ ਜਲਦ ਸਿਹਤ ਯਾਫਤਾ ਕਰਕੇ ਤੁਸੀਂ ਠੀਕ ਹੋ ਜਾਓ ਜਲਦ ਤੋਂ ਜਲਦ, ਸਾਡੇ ਸਾਰਿਆਂ ਦੀ ਅਰਦਾਸ ਹੈ। ਤੇ ਨਾਲ ਤੁਸੀਂ ਹੋਰ ਉਪਲਬਧੀਆਂ ਕਰੋ। ਕੁਝ ਹੋਰ ਤੁਸੀਂ ਅੱਗੇ ਕੁਝ ਤੁਹਾਡਾ ਹੋਰ ਕੋਈ ਡ੍ਰੀਮ ਹੈ ਕਿ ਤੁਸੀਂ ਕੁਝ ਹੋਰ ਅਚੀਵਮੈਂਟ ਕਰਨਾ ਚਾਹੁੰਦੇ ਹੋ ਅੱਗੇ? ਦੇਖੋ ਜੀ, ਇਨਸਾਨ ਨੂੰ ਅਗਰ ਥੋੜਾ ਮਿਲਦਾ ਹੈ ਤਾਂ ਇਨਸਾਨ ਹੋਰ ਥੋੜੇ ਵਾਸਤੇ ਜਾਣਾ ਚਾਹੁੰਦਾ ਹੈ। ਮੈਂ ਆਪਣੀ ਤਿਆਰੀ ਹਲੇ ਵੀ ਰੱਖਾਂਗੀ, ਮੈਂ ਇਸ ਤੋਂ ਬੈਟਰ ਵੀ ਕਰਨ ਦੀ ਕੋਸ਼ਿਸ਼ ਕਰਾਂਗੀ, ਮੈਂ ਤਿਆਰੀ ਕੰਟੀਨਿਊ ਹੀ ਰੱਖਾਂਗੀ। ਐਸਾ ਨਹੀਂ ਹੈ ਕਿ ਮੈਨੂੰ ਇੱਕ ਜੌਬ ਮਿਲ ਗਈ ਹੈ ਤੇ ਸ਼ਾਇਦ ਮੈਂ ਇਹਦੇ ਤੇ ਹੀ ਖੁਸ਼ ਹੋ ਜਾ, ਨਹੀਂ, ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਇਹਦੇ ਤੋਂ ਅੱਗੇ ਵੀ ਜਾਵਾਂ। ਬਿਲਕੁਲ ਜੀ, ਬਿਲਕੁਲ। ਸੋ ਇਹ ਡੈਡੀਕੇਸ਼ਨ ਬਹੁਤ ਹੀ ਸੋਹਣੀ ਹੈ। ਸੋ ਸਾਧ ਸੰਗਤ ਜੀ, ਸਾਡੇ ਨਾਲ ਭੈਣ ਰਵਿੰਦਰਪਾਲ ਕੌਰ ਜੀ ਜੁੜੇ ਸਨ, ਜਿਨ੍ਹਾਂ ਨੇ ਤੁਹਾਨੂੰ ਆਪਣੀ ਪੂਰੀ ਸਟੋਰੀ ਸੁਣ ਕੇ ਤੁਸੀਂ ਵੀ ਸਾਰੇ ਹੈਰਾਨ ਹੋਵੋਗੇ। ਪਿਛਲੇ ਦਿਨੀ ਕੋਮਨ ਲਾਇਬ੍ਰੇਰੀ ਵੱਲੋਂ ਵੀ ਇਹ ਸਟੋਰੀ ਜਿਹੜੀ ਹੈ ਸਾਰਿਆਂ ਸਾਹਮਣੇ ਰੱਖੀ ਗਈ।
ਸੋ ਇਸ ਵਿੱਚ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਿੱਥੇ ਭੈਣ ਰਮਿੰਦਰਪਾਲ ਕੌਰ ਜੀ, ਜਿਨ੍ਹਾਂ ਦੀ ਇਤਨੀ ਪ੍ਰੋਬਲਮ ਹੋ ਕੇ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਉੱਪਰ ਉੱਠ ਕੇ ਇਸ ਚੀਜ਼ ਨੂੰ ਦਬਾ ਕੇ ਤੇ ਇਸ ਚੀਜ਼ ਨੂੰ ਪਾਰ ਕਰ ਦਿੱਤਾ। ਇੱਕ ਹਿਸਾਬ ਦੇ ਨਾਲ ਪਾਰ ਹੀ ਕੀਤਾ ਹੈ, ਕਿਉਂਕਿ ਅੱਜ ਤੁਹਾਡੇ ਕੋਲ ਇੱਕ ਰਿਜ਼ਲਟ ਹੈ, ਤੁਹਾਡੇ ਕੋਲ ਇੱਕ ਅਚੀਵਮੈਂਟ ਹੈ। ਸੋ ਜਿੱਥੇ ਅਸੀਂ ਘਰ ਦੇ ਵਿੱਚ ਬੈਠੇ ਹੁੰਦੇ ਆ, ਅਸੀਂ ਵੀ ਤਿਆਰੀ ਇਸ ਡੈਡੀਕੇਸ਼ਨ ਦੇ ਨਾਲ ਤਿਆਰ ਕਰੀਏ। ਨਾਲ ਹੀ ਜੇ ਕਦੇ ਇੱਕ ਆਧ ਵਾਰ ਅਸੀਂ ਇਸ ਚੀਜ਼ ਤੋਂ ਫੇਲ ਵੀ ਹੋ ਜਾਈਏ ਤੇ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ ਹੈ ਸਾਡੇ ਕੋਲ। ਸਿਰਫ ਸਾਡੇ ਕੋਲ ਡੈਡੀਕੇਸ਼ਨ ਵੀ ਹੋਣੀ ਚਾਹੀਦੀ ਹੈ ਤੇ ਸਾਡੀ ਮਿਹਨਤ ਹੋਣੀ ਚਾਹੀਦੀ ਹੈ, ਜੋ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਾਏਗੀ। ਭੈਣ ਰਮਿੰਦਰਪਾਲ ਕੌਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਾਨੂੰ ਸਮਾਂ ਦੇ ਕੇ ਨਿਵਾਜਿਆ ਤੇ ਸੰਗਤਾਂ ਦੇ ਰੂਬਰੂ ਹੋਏ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਫਿਰ ਤੋਂ ਇੱਕ ਵਾਰ ਵਧਾਈ ਸਾਡੀ ਥੈਂਕ ਯੂ ਜੀ, ਟੀਮ ਵੱਲੋਂ ਥੈਂਕ ਯੂ ਤੇ ਜੀ, ਸਮੁੱਚੀ ਕਸ਼ਮੀਰੀ ਸਿੱਖ ਬਰਾਦਰੀ ਕੋਲੋਂ ਵੀ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਜੀ। ਸੋ ਸਾਧ ਸੰਗਤ ਥੈਂਕ ਜੀ, ਯੂ ਅੱਜ ਦੇ ਇਸ ਸੈਸ਼ਨ ਦੇ ਵਿੱਚ ਕੇਵਲ ਇੰਨਾ ਹੀ। ਅਗਲੀ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਡੇ ਚੈਨਲ ਦੇ ਉੱਪਰ ਬਣੇ ਰਹੋ। ਇਸ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ। ਤੇ ਨਾਲ ਫੇਸਬੁੱਕ ਤੇ ਵੀ ਤੁਸੀਂ ਲਾਈਕ ਕਰ ਸਕਦੇ ਹੋ ਤੇ ਇੰਸਟਾਗ੍ਰਾਮ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ।